2020 ਤੱਕ ਜੌਬ ਕੀਤੀ ਹੈ 11 ਸਾਲ ਐਜ਼ ਏ ਅਸਿਸਟੈਂਟ ਪ੍ਰੋਫੈਸਰ ਇੰਜੀਨੀਅਰਿੰਗ ਕਾਲਜ ਦੇ ਵਿੱਚ। ਜਿੱਦਣ ਇੱਕ ਕਿਸਾਨ ਵਪਾਰੀ ਬਣ ਗਿਆ ਉਸ ਦਿਨ ਉਸ ਦੀ ਸਕਸੈਸ ਨੂੰ ਰੋਕਣ ਵਾਲਾ ਕੋਈ ਨਹੀਂ ਜੰਮਿਆ। ਰਸਟੇ ਮੀਡੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅੱਜ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅਸੀਂ ਅਕਸਰ ਦੇਖਦੇ ਹਾਂ ਵੀ ਸਾਡੇ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ 20-20 ਲੱਖ ਰੁਪਏ ਲਾ ਕੇ ਕੈਨੇਡਾ ਅਮਰੀਕਾ ਵੱਲ। ਪਰ ਅੱਜ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਉਹਨਾਂ 3 ਦੋਸਤਾਂ ਦੀ, ਜਿਨ੍ਹਾਂ ਵਿੱਚ ਇੱਕ ਦੋਸਤ ਨੇ ਐਮਟੈਕ ਕੀਤੀ ਹੋਈ ਆ ਅਤੇ ਆਪਣੀ ਲੱਖਾਂ ਦੀ ਜਿਹੜੀ ਨੌਕਰੀ ਛੱਡ ਕੇ ਇੱਥੇ ਜਿਹੜਾ ਕਿ ਵੇਲੇ ਦਾ ਜਿਹੜਾ ਗੁੜ ਦਾ ਲਗਾਇਆ ਵਾ ਅਤੇ ਗੁੜ ਤਿਆਰ ਕਰ ਰਿਹਾ ਵਾ। ਗੱਲਬਾਤ ਕਰਾਂਗੇ ਉਸ ਵੀਰ ਦੇ ਨਾਲ ਵੀ। ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ ਰਸਟੇ ਮੀਡੀਆ ਵਿੱਚ। ਧੰਨਵਾਦ ਜੀ, ਆਪ ਜੀ ਦਾ ਇੱਥੇ ਆਉਣ 'ਤੇ ਅਸੀਂ ਸਵਾਗਤ ਕਰਦੇ ਹਾਂ। ਕੀ ਕਹਿਣਾ ਚਾਹੋਗੇ, ਜਿਵੇਂ ਪਹਿਲਾਂ ਗੱਲ ਕੀਤੀ ਤੁਸੀਂ ਆਪਣਾ ਐਮਟੈਕ ਦੀ ਨੌਕਰੀ ਛੱਡ ਕੇ ਇੰਜੀਨੀਅਰ ਦੀ ਲੱਖਾਂ ਰੁਪਏ ਜਿਹੜੇ ਕਮਾਉਂਦੇ ਸੀ ਤਨਖਾਹ, ਤੁਸੀਂ ਉਹ ਛੱਡ ਕੇ ਵੇਲੇ ਨਾਲ ਜਿਹੜਾ ਤੁਸੀਂ ਗੁੜ ਲਾਇਆ ਵਾ, ਗੁੜ ਤਿਆਰ ਕਰਦੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਮੈਂ ਮਤਲਬ 2009 ਤੋਂ 2020 ਤੱਕ ਜੌਬ ਕੀਤੀ ਹੈ 11 ਸਾਲ ਐਜ਼ ਏ ਅਸਿਸਟੈਂਟ ਪ੍ਰੋਫੈਸਰ ਇੰਜੀਨੀਅਰਿੰਗ ਕਾਲਜ ਦੇ ਵਿੱਚ। ਅਤੇ ਖੇਤੀ ਨਾਲ ਪਹਿਲਾਂ ਹੀ ਜੁੜੇ ਸੀਗੇ ਅਤੇ ਮਤਲਬ ਉਹ ਇੱਕ ਕਿਉਂਕਿ ਸਟੱਡੀ ਕੀਤੀ ਸੀ, ਪੜ੍ਹਾਈ ਕੀਤੀ ਸੀ, ਘਰਦਿਆਂ ਦੇ ਕਮਾਉਣ ਦੀ ਚਾਹ ਸੀਗੇ, ਹਾਂ ਬਈ ਨੌਕਰੀ ਜ਼ਰੂਰ ਕਰੇ, ਪਰ ਖੇਤੀ ਨਹੀਂ ਛੱਡੀ। ਖੇਤੀ ਨਾਲ ਦੀ ਨਾਲ ਅਸੀਂ ਕਰਦੇ ਹੀ ਰਹੇ ਸੀਗੇ। ਅਤੇ ਹੁਣ ਪਿਛਲੇ 2020 ਤੋਂ ਛੱਡ ਕੇ ਅਤੇ ਇਹ ਜਿਹੜਾ ਗੁੜ ਦਾ ਕੰਮ ਪ੍ਰੋਪਰ ਸਟਾਰਟ ਕੀਤਾ, ਕਿਉਂਕਿ ਜੋ ਸਾਡੇ ਏਰੀਏ ਦੀ ਡਿਮਾਂਡ ਸੀ, ਇੱਥੇ ਗੁੜ ਦੇ ਵਿੱਚ ਮਿਲਾਵਟ ਬਹੁਤ ਜ਼ਿਆਦਾ ਸੀ। ਅਤੇ ਫਿਰ ਗੁੜ ਦੇ ਨੁਕਸਾਨ, ਜਿਹੜਾ ਮਿਲਾਵਟ ਵਾਲਾ ਗੁੜ, ਉਹ ਵੇਖਿਆ ਕਿ ਕੀ ਕਰਦੇ ਆ। ਜਦੋਂ ਅਸੀਂ ਜਾ ਕੇ ਮਤਲਬ ਦੇਖਿਆ ਕਿ ਇੰਨੀ ਜ਼ਿਆਦਾ ਵੱਡੇ ਲੈਵਲ 'ਤੇ ਮਿਲਾਵਟ ਹੋ ਰਹੀ ਹੈ, ਇੰਨਾ ਮਾੜਾ ਗੁੜ ਹੈ ਜਿਹੜਾ ਅਸੀਂ ਖਾ ਰਹੇ ਹਾਂ ਜਾਂ ਸਾਡਾ ਜਿਹੜਾ ਆਲਾ ਦੁਆਲਾ ਸਾਡਾ ਜਿਹੜਾ ਸਮਾਜ ਉਹ ਖਾ ਰਿਹਾ ਹੈ। ਅਤੇ ਸਾਨੂੰ ਫਿਰ ਆਪਣੇ ਆਪ ਮਨ ਦੇ ਵਿੱਚ ਇੱਕ ਇਹ ਹੋਇਆ ਕਿ ਹਾਂ ਬਈ ਕੰਮ ਕਰਨਾ ਅਤੇ ਗੁੜ ਦਾ ਕਰਨਾ, ਸਾਫ ਸੁਥਰਾ ਕਰਨਾ, ਵਧੀਆ ਕਰਨਾ, ਤਾਂ ਕਿ ਇਸ ਸਮਾਜ ਨੂੰ ਇੱਕ ਚੰਗਾ ਕਹਿ ਲਓ ਕਿ ਵਧੀਆ ਇੱਕ ਖਾਣਾ ਇੱਕ ਮਿਲ ਸਕੇ, ਚੰਗੀ ਸਿਹਤ ਮਿਲ ਸਕੇ, ਅਤੇ ਨਾਲ ਦੀ ਨਾਲ ਬਿਜ਼ਨਸ ਤਾਂ ਹੈ ਹੀ ਹੈ ਆ। ਸੋ ਇਸ ਸੋਚ ਦੇ ਨਾਲ ਅਸੀਂ ਜਿਹੜਾ ਹੈ ਫਿਰ ਜਿਹੜੇ ਗੁੜ ਦੇ ਕੰਮ ਦੇ ਵਿੱਚ ਆਏ ਆ ਜੀ। ਮੈਨੂੰ ਇਸ ਤੋਂ ਵੀਰ ਜੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਸਾਡੇ ਨੌਜਵਾਨ ਜਿਹੜੇ ਨੇ ਉਹ ਜ਼ਿਆਦਾਤਰ ਵਿਦੇਸ਼ਾਂ ਵੱਲੋਂ ਕਰ ਰਹੇ ਨੇ 20-20 ਲੱਖ ਰੁਪਏ ਲਾ ਕੇ ਘਰਦਿਆਂ ਨੂੰ ਜਿਹੜਾ ਕਰਜ਼ਾਈ ਕਰਕੇ, ਅਤੇ ਉੱਥੇ ਜਾ ਕੇ ਵੀ ਜਿਹੜਾ ਦਿਹਾੜੀ ਕਰ ਰਹੇ ਨੇ। ਖਾਸ ਕਰਕੇ ਅਸੀਂ ਦੇਖਦੇ ਵੀ ਜੱਟਾਂ ਦੇ ਮੁੰਡਿਆਂ ਵਿੱਚ ਬੜੀ ਹੁੰਦੀ ਆ। ਤੁਸੀਂ ਇੱਕ ਜੱਟ ਫੈਮਿਲੀ 'ਚ ਰਹਿਣ ਵਾਲੇ ਹੋ, ਕੀ ਕਹਿਣਾ ਚਾਹੋਗੇ ਇਸ ਚੀਜ਼ 'ਤੇ? ਅਸਲ 'ਚ ਨਾ ਜੀ ਪੈਸੇ ਦੀ ਹੋੜ ਆ। ਅਸੀਂ ਨਾ ਸਾਡੀਆਂ ਲੋੜਾਂ ਇੰਨੀਆਂ ਕਿ ਜ਼ਿਆਦੀਆਂ ਵਧਾ ਲਈਆਂ ਕਿ ਇੱਥੋਂ ਜ਼ਮੀਨ ਤੋਂ ਉਹ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ। ਮਤਲਬ ਸਾਡਾ ਰਹਿਣ ਸਹਿਣ ਸਾਡਾ ਐਵੇਂ ਦਾ ਹੋ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਪੈਸਾ ਬਹੁਤ ਹੋਵੇ, ਪਰ ਕੰਮ ਹੱਥੀਂ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਜੋਬ ਵੀ ਸਾਡੇ ਕੋਲ ਵਾਈਟ ਕਾਲਰ ਹੋਵੇ, ਪਰ ਉਹ ਸਾਰੀਆਂ ਲੋੜਾਂ ਨਹੀਂ ਪੂਰੀਆਂ ਹੋ ਸਕਦੀਆਂ। ਸੋ ਉਹ ਲੋੜਾਂ ਦੀ ਪੂਰਤੀ ਲਈ ਅਸੀਂ ਫਿਰ ਵਿਦੇਸ਼ਾਂ ਦਾ ਰੁਖ ਕਰਦੇ ਹਾਂ ਕਿ ਹਾਂ ਬਈ ਕਿਸੇ ਤਰੀਕੇ ਨਾਲ ਕੋਈ 10 ਲੱਖ ਲੱਗ ਜੇ, 20 ਲੱਖ ਲੱਗ ਜੇ, 50 ਲੱਖ। ਉਹ ਇੱਕ ਤਰ੍ਹਾਂ ਦਾ ਬੜਾ ਵੱਡਾ ਰਿਸਕ ਹੈ। ਜ਼ਰੂਰੀ ਨਹੀਂ ਕਿ ਅਸੀਂ ਉੱਥੇ ਜਾਵਾਂਗੇ, ਉੱਥੇ ਜਾ ਕੇ ਵਧੀਆ ਜੋਬ ਮਿਲੂਗੀ, ਸਾਨੂੰ ਵਾਈਟ ਕਾਲਰ ਹੀ ਜੋਬ ਮਿਲੇ, ਅਤੇ ਜ਼ਰੂਰੀ ਨਹੀਂ ਹੋਊਗਾ ਕਿ ਅਸੀਂ ਉਸ ਜੋਬ ਤੋਂ ਸੈਟਿਸਫਾਈ ਹੋਈਏ। ਕਈ ਵਾਰੀ ਆਪਾਂ ਚਲੇ ਜਾਂਦੇ ਹਾਂ, ਫਿਰ ਉੱਥੇ ਮਨ ਨਹੀਂ ਲੱਗਦਾ ਜਾਂ ਬੜੇ ਇਸ਼ੂਜ਼ ਆਉਂਦੇ ਆ, ਫਿਰ ਉਹ 20-50 ਲੱਖ ਡੁੱਬ ਜਾਂਦਾ, ਵਾਪਸ ਆ ਜਾਂਦੇ ਹਾਂ। ਕਈ ਵਾਰੀ ਅਸੀਂ ਉੱਦਾਂ ਹੀ ਜੂਆ ਖੇਡਦੇ ਹਾਂ, ਸਾਡੇ ਕੰਸਲਟੈਂਟ ਜਾਂ ਸਾਡੇ ਏਜੰਟ ਲੈ ਕੇ 20-20, 50-50 ਲੱਖ ਰੁਪਈਆ ਲੈ ਕੇ ਭੱਜ ਜਾਂਦੇ ਆ, ਅਸੀਂ ਬੜੀ ਵੱਡੀ ਰਕਮ ਦੇ ਕਰਜ਼ੇ ਥੱਲੇ ਆ ਜਾਂਦੇ ਹਾਂ। ਸੋ ਗੱਲ ਇਹ ਆ ਕਿ ਇੱਕ ਤਾਂ ਆਪਾਂ ਆਪਣੀਆਂ ਲੋੜਾਂ ਨੂੰ ਲਿਮਟਿਡ ਰੱਖੀਏ, ਜੋ ਸਾਡੇ ਕੋਲ ਹੈਗਾ ਉਹਦੇ 'ਚ ਖੁਸ਼ ਰਹਿਣਾ ਸਿੱਖੀਏ। ਦੂਜੀ ਗੱਲ ਇਹ ਹੈ ਕਿ ਅਗਰ ਬਿਜ਼ਨਸ ਕਰਨਾ ਹੈ ਅਤੇ ਇਸ ਸੋਚ ਨਾ ਕਰੀਏ ਕਿ ਹੱਥੀਂ ਕੰਮ ਕਰਨਾ ਹੈ, ਗੱਲ ਹੀ ਕੋਈ ਨਹੀਂ। ਮਤਲਬ ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਕਿਸ ਲੈਵਲ 'ਤੇ ਆ, ਜਾਂ ਸਾਡੇ ਕੋਲ ਕਿੰਨੀ ਜ਼ਮੀਨ ਆ, ਜਾਂ ਅਸੀਂ ਕਿੰਨਾ ਪੜ੍ਹੇ ਹਾਂ। ਥੱਲੇ ਤੋਂ ਲੈ ਕੇ ਪੌੜੀ ਦੇ ਪਹਿਲੇ ਡੰਡੇ 'ਤੇ ਪੈਰ ਰੱਖੀਏ। ਜ਼ਰੂਰੀ ਨਹੀਂ ਹੈ ਕਿ ਅਸੀਂ ਪੌੜੀ ਦੇ ਸਿੱਧਾ 5ਵੇਂ ਜਾਂ 7ਵੇਂ ਡੰਡੇ 'ਤੇ ਚੜ੍ਹਨਾ। ਅਗਰ ਸਾਨੂੰ ਪਹਿਲੇ ਡੰਡੇ 'ਤੇ ਪੈਰ ਰੱਖਣਾ ਆ ਗਿਆ ਤਾਂ ਬਿਜ਼ਨਸ ਦੀ ਪੌੜੀ ਦਾ ਲਾਸਟ ਡੰਡਾ ਨਹੀਂ ਹੈਗਾ, ਜਿੰਨੀਆਂ ਮਰਜ਼ੀ ਚੜ੍ਹਦੇ ਜਾਓ ਅਤੇ ਉੱਪਰ ਤੁਰੇ ਜਾਓ। ਸੋ ਮੇਰੀ ਤਾਂ ਸਭ ਨੂੰ ਇਹੀ ਅਪੀਲ ਹੈ ਕਿ ਸਾਨੂੰ ਆਪਣਾ ਖੇਤੀ ਦੇ ਨਾਲ ਛੋਟਾ ਮੋਟਾ ਕੋਈ ਆਪਣਾ ਖੇਤੀ ਦੇ ਨਾਲ ਜੁੜਿਆ ਹੋਇਆ ਬਿਜ਼ਨਸ ਕਰਨਾ ਚਾਹੀਦਾ ਹੈ। ਜਿੱਦਣ ਇੱਕ ਕਿਸਾਨ ਵਪਾਰੀ ਬਣ ਗਿਆ ਉਸ ਦਿਨ ਉਸ ਦੀ ਸਕਸੈਸ ਨੂੰ ਰੋਕਣ ਵਾਲਾ ਕੋਈ ਨਹੀਂ ਜੰਮਿਆ, ਕਿਉਂਕਿ ਕਿਸਾਨ ਨੂੰ ਪਤਾ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਇਹ ਪ੍ਰੋਡਕਟ ਨੂੰ ਪੈਦਾ ਕੀਤਾ, ਮੈਂ ਆਪਣੇ ਹੱਥਾਂ ਦੇ ਨਾਲ ਕੀਤਾ, ਆਪਣੇ ਅੱਖਾਂ ਦੇ ਸਾਹਮਣੇ ਇਸ ਪ੍ਰੋਡਕਟ ਨੂੰ ਵੱਡਾ ਕੀਤਾ। ਜੋ ਆਪਣੇ ਪ੍ਰੋਡਕਟ ਦੇ ਫਾਇਦੇ ਨੁਕਸਾਨ ਇੱਕ ਕਿਸਾਨ ਜਾਣਦਾ ਹੈ, ਉਹ ਵਪਾਰੀ ਨਹੀਂ ਜਾਣ ਸਕਦਾ। ਫਿਰ ਉਸ ਪ੍ਰੋਡਕਟ ਨੂੰ ਅਗਰ ਪ੍ਰੋਸੈਸ ਕਰਨਾ ਸਿੱਖ ਲਿਆ, ਅਗਰ ਉਹਨੂੰ ਮਾਰਕੀਟ ਕਰਨਾ ਸਿੱਖ ਲਿਆ, 3 ਪਿੱਲਰ ਨੇ ਕਿਸੇ ਵੀ ਬਿਜ਼ਨਸ ਦੇ, 3 ਪਿੱਲਰ ਨੇ। ਰॉ ਮਟੀਰੀਅਲ ਪ੍ਰੋਡਿਊਸ ਕਰਨਾ, ਉਹਨੂੰ ਪ੍ਰੋਸੈਸ ਕਰਨਾ, ਉਹਦੇ ਤੋਂ ਪ੍ਰੋਡਕਟ ਨੂੰ ਬਣਾਉਣਾ, ਜਿਵੇਂ ਪਹਿਲਾਂ ਗੰਨਾ ਪੈਦਾ ਕਰਨਾ, ਫਿਰ ਗੰਨੇ ਤੋਂ ਗੁੜ ਬਣਾਉਣਾ, ਫਿਰ ਉਹਨੂੰ ਵੇਚਣਾ। ਜਿਸ ਦਿਨ ਇਹ 3 ਹੁਨਰ ਕਿਸਾਨ ਨੇ ਸਿੱਖ ਲਏ, ਕੋਈ ਦੁਨੀਆ 'ਤੇ ਬੰਦਾ ਹੈ ਨਹੀਂ ਜਿਹੜਾ ਕਿਸਾਨ ਦੀ ਕਾਮਯਾਬੀ ਨੂੰ ਰੋਕ ਸਕੇ। ਸੋ ਸਾਨੂੰ ਤਗੜੇ ਹੋ ਕੇ ਇਹਨਾਂ 3
ਪਿੱਲਰਾਂ ਦੇ ਉੱਤੇ ਕੰਮ ਕਰਨ ਦੀ ਲੋੜ ਆ। ਪਰ ਕੀ ਕਹਿਣਾ ਚਾਹੋਗੇ ਵੀਰ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਤੁਸੀਂ ਐਮਟੈਕ ਕੀਤੀ ਹੋਈ ਆ, ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਆਏ ਹੋ, ਲੱਖ ਰੁਪਏ ਤਨਖਾਹ ਸੀ, ਤੇ ਹੁਣ ਜੋ ਤੁਸੀਂ ਖੁਦ ਅਸੀਂ ਦੇਖਦੇ ਹਾਂ ਵੀ ਤੁਹਾਨੂੰ ਮਿੱਟੀ ਹੋਣਾ ਪੈਂਦਾ, ਮਿਹਨਤ ਕਰਨੀ ਪੈਂਦੀ ਆ, ਤੇ ਲੋਕਾਂ ਨੇ ਕਾਫੀ ਗੱਲਾਂ ਵੀ ਕੀਤੀਆਂ ਹੋਣਗੀਆਂ ਵੀ ਇੰਜੀਨੀਅਰਿੰਗ ਨੌਕਰੀ ਛੱਡ ਕੇ ਅੱਜ ਮਿੱਟੀ ਹੋ ਰਹੇ ਨੇ। ਇਹ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਜੀ। ਵੇਖੋ ਜੇ ਪੜ੍ਹਾਈ ਕੀਤੀ ਆ, ਉਹ ਸਿਆਣੇ ਕਹਿੰਦੇ ਆ ਨਾ ਵੀ ਜਿਹੜੀ ਚੀਜ਼ ਤੁਸੀਂ ਸਿੱਖ ਲਈ ਜ਼ਿੰਦਗੀ 'ਚ 10 ਸਾਲ ਲਾਏ ਆ ਤੇ ਮੈਨੂੰ ਪਤਾ ਉਹ ਮੇਰੇ ਕੰਮ ਆ ਰਿਹਾ, ਕੋਈ ਐਵੇਂ ਦੀ ਗੱਲ ਨਹੀਂ। ਬੜਾ ਕੁਛ ਉਹ ਲਾਈਫ ਦੇ ਵਿੱਚ ਬੰਦਾ ਸਿੱਖਦਾ ਹੈ। ਇੰਜੀਨੀਅਰਿੰਗ ਕੀਤੀ ਆ, ਸਟੱਡੀ ਕੀਤੀ ਆ, ਬੜਾ ਕੁਝ ਸਿੱਖਿਆ, ਟੀਚਰਸ ਕੋ ਸਿੱਖਿਆ, 10 ਸਾਲ ਸਟੂਡੈਂਟਸ ਕੋ ਬਹੁਤ ਕੁਝ ਸਿੱਖਿਆ। ਜ਼ਰੂਰੀ ਨਹੀਂ ਹੈ ਟੀਚਰ ਜਿਹੜਾ ਜਦੋਂ ਆਪ ਅਸੀਂ ਲੈਕਚਰਾਰ ਬਣ ਗਏ ਤੇ ਅਸੀਂ ਬੱਚੇ ਨੂੰ ਪੜ੍ਹਾਉਂਦੇ ਹਾਂ, ਬੱਚਿਆਂ ਕੋ ਬਹੁਤ ਕੁਝ ਸਿੱਖਦੇ ਆ, ਉਹਨਾਂ ਦੇ ਪੇਰੈਂਟਸ ਮਿਲਦੇ ਆ, ਉਹਨਾਂ ਕੋ ਬਹੁਤ ਕੁਝ ਸਿੱਖਦੇ, ਆਪਣੇ ਕਲੀਗਸ ਕੋ ਬਹੁਤ ਕੁਝ ਸਿੱਖਿਆ। ਸੋ ਇਹ ਜ਼ਿੰਦਗੀ ਦਾ ਇੱਕ ਕਹਿ ਲਓ ਕਿ ਪੌੜੀ ਸੀ, ਉਹ ਵੀ ਇੱਕ ਰਸਤਾ ਸੀਗਾ ਜਿਹਦੇ 'ਚੋਂ ਬਹੁਤ ਸਾਰੀ ਇਨਫੋਰਮੇਸ਼ਨ ਮਿਲੀ, ਬੜਾ ਗਿਆਨ ਹਾਸਲ ਕੀਤਾ। ਤੇ ਸੋ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਅਗਰ ਕੋਈ ਬੋਲਦਾ। ਮੇਰੇ ਸਟੂਡੈਂਟਸ ਵੀ ਆਉਂਦੇ ਆ, ਮੈਂ ਪਾਈਟੈਕਸ 'ਚ ਰਿਹਾ, ਉੱਥੇ ਬੜੇ ਮੇਰੇ ਕੁਲੀਗਸ ਆਏ ਆ, ਸਟੂਡੈਂਟਸ ਆਏ ਆ, ਸਟੋਰ 'ਤੇ ਆਏ ਆ, ਕੋਈ ਇਹੋ ਜਿਹੀ ਗੱਲ ਨਹੀਂ। ਸੋ ਬੜੇ ਖੁਸ਼ ਵੀ ਹੋਏ ਆ। ਸੋ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਕਿ ਤੁਸੀਂ ਤੁਹਾਡੀ ਰੈਂਕ ਕੀ ਆ, ਤੁਹਾਡੀ ਪੜ੍ਹਾਈ ਕੀ ਆ, ਤੇ ਤੁਸੀਂ ਕੰਮ ਕੀ ਕਰ ਰਹੇ ਹੋ। ਤੁਹਾਡੀ ਆਪਣੀ ਸੰਤੁਸ਼ਟੀ, ਤੁਸੀਂ ਇੰਟਰਨਲੀ ਕਿੰਨਾ ਕੁ ਖੁਸ਼ ਹੋ, ਉਹ ਜ਼ਰੂਰੀ ਹੈ। ਮੈਨੂੰ ਇਸ ਵੀਰ ਜੀ ਜਿਹੜਾ ਤੁਸੀਂ ਗੁੜ ਤਿਆਰ ਕਰਦੇ ਹੋ, ਕੀ ਪ੍ਰਕਿਰਿਆ ਕੀ ਹੈ, ਦਰਸ਼ਕਾਂ ਦੱਸੋ ਜਰਾ। ਕਿਸ ਤਰ੍ਹਾਂ ਜਿਹੜਾ ਤੁਸੀਂ ਗੰਨਾ ਵਰਤਦੇ ਹੋ, ਤੇ ਕਿਸ ਤਰ੍ਹਾਂ ਗੰਨੇ ਨੂੰ ਜਿਹੜਾ ਸਾਫ਼ ਸਫਾਈ ਕਰਕੇ ਕਿਸ ਤਰ੍ਹਾਂ ਜਿਹੜਾ ਵਾ ਗੁੜ ਤਿਆਰ ਕੀਤਾ ਜਾਂਦਾ ਵਾ। ਸਰ ਸਭ ਤੋਂ ਪਹਿਲਾਂ ਤਾਂ ਮੈਂ ਅੱਗੇ ਵੀ ਜਦੋਂ ਗੱਲ ਕੀਤੀ ਹੈ ਕਿ ਗੰਨੇ ਦੀ ਸਫਾਈ ਦੇ ਉੱਤੇ ਕੰਮ ਕਰਦੇ ਹਾਂ, ਗੰਨੇ ਦੀ ਬਿਜਾਈ ਦੇ ਉੱਤੇ, ਕਿ ਗੰਨਾ ਜਿਹੜਾ ਹੈ ਉਹਨੂੰ ਘੱਟ ਤੋਂ ਘੱਟ ਖਾਦਾਂ ਪੈਣ, ਘੱਟ ਤੋਂ ਘੱਟ ਕੈਮੀਕਲ ਪੈਣ। ਜਿੰਨਾ ਕੁ ਆਪਣਾ ਗੰਨਾ ਉਗਾ ਸਕਦੇ ਆ ਉਹਨੂੰ ਘੱਟ ਤੋਂ ਘੱਟ ਖਾਦ ਪਾ ਕੇ, ਕੈਮੀਕਲ ਪਾ ਕੇ ਉਗਾਇਆ ਜਾਵੇ, ਤਾਂ ਕਿ ਗੰਨੇ ਦੀ ਜਿਹੜੀ ਗੰਨੇ ਤੋਂ ਗੁੜ ਤਿਆਰ ਹੋਣਾ ਹੈ ਉਹਦੀ ਕੁਆਲਿਟੀ 'ਤੇ ਕੋਈ ਉਸ ਚੀਜ਼ ਦਾ ਅਸਰ ਨਾ ਪਵੇ। ਉਹ ਕੈਮੀਕਲ ਦਾ ਜਿਹੜਾ ਕੁਛ ਜਿਹੜੀ ਰਹਿੰਦ ਖੂੰਹਦ ਆ ਉਹ ਪ੍ਰੋਡਕਟ ਦੇ ਵਿੱਚ ਨਾ ਆਵੇ। ਸੋ ਉਹ ਉੱਥੇ ਕੋਸ਼ਿਸ਼ ਕਰੀਦੀ ਆ, ਬਿਜਾਈ ਦੇ ਸਮੇਂ ਕੋਸ਼ਿਸ਼ ਕਰੀਦੀ ਆ, ਗੰਨੇ ਨੂੰ ਤਿਆਰ ਕਰਨ ਸਮੇਂ ਕੋਸ਼ਿਸ਼ ਕਰੀਦੀ ਆ। ਫਿਰ ਉਸ ਤੋਂ ਬਾਅਦ ਆ ਗੰਨਾ ਵੱਢ ਕੇ ਇੱਥੇ ਲੈ ਕੇ ਆਉਂਦੇ ਆ। ਇੱਥੇ ਪ੍ਰੋਸੈਸ ਜਿਹੜਾ ਉਹ ਸੇਮ ਆ। ਸਾਡੇ ਕੋਲ ਵੇਲਣਾ ਹੈ ਜਿਹੜਾ ਇਸ ਵਾਰੀ ਅਸੀਂ ਗੁਜਰਾਤ ਤੋਂ ਲੈ ਕੇ ਆਏ ਹਾਂ 2-2.5 ਲੱਖ ਰੁਪਏ ਦਾ, ਜਿਹੜਾ ਵਧੀਆ, ਮਤਲਬ ਜਦੋਂ ਤੁਸੀਂ ਕਮਰਸ਼ੀਅਲ ਲੈਵਲ 'ਤੇ ਕੰਮ ਕਰਨਾ ਤੇ ਤੁਹਾਨੂੰ ਵੇਲਣਾ ਚੰਗਾ ਹੋਣਾ ਚਾਹੀਦਾ, ਤਾਂ ਕਿ ਤੁਹਾਡਾ ਜਿਹੜੀ ਰੋ ਹੈ, ਤੁਹਾਡਾ ਗੰਨੇ 'ਚੋਂ ਜਿਹੜਾ ਰਸ ਨਿਕਲਣਾ ਉਹ ਪ੍ਰੋਪਰ ਨਿਕਲ ਸਕੇ, ਉਹਦੇ ਵਿੱਚ ਵੇਸਟੇਜ ਦੇ ਵਿੱਚ ਰਸ ਨਾ ਜਾਵੇ। ਸੋ ਉਹ ਵਧੀਆ ਵੇਲਣਾ ਅਸੀਂ ਯੂਜ਼ ਕਰ ਰਹੇ ਹਾਂ। ਉਸ ਤੋਂ ਅੱਗੇ ਉਹਦੀ ਸਾਫ਼ ਸਫਾਈ ਤੇ ਪ੍ਰੋਪਰ ਤੁਸੀਂ ਦੇਖਿਆ ਹੀ ਆ, ਪ੍ਰੋਪਰ ਜਾਲੀਆਂ ਵਗੈਰਾ ਲਾਈਆਂ ਹੋਈਆਂ, ਉਹਨੂੰ ਸਟੋਰ ਕਰਦੇ ਹਾਂ ਜਿੱਥੇ ਉਹ ਪ੍ਰੋਪਰ ਸਾਫ਼ ਕਰਦੇ ਹਾਂ। ਸਾਡੇ ਬਹੁਤ ਸਾਰੇ ਮੈਂ ਵੇਲਣੇ ਰੋਡ ਦੇ ਉੱਤੇ ਲੱਗੇ ਵੇਖੇ ਆ ਜਿਨ੍ਹਾਂ ਦੀ ਨਾ ਤੇ ਚਾਰਦੀਵਾਰੀ ਹੈਗੀ ਆ, ਨਾ ਉਹਨਾਂ ਕੋਲ ਪਾਣੀ ਦਾ ਕੋਈ ਪ੍ਰਬੰਧ ਆ। ਉਹ ਬਸ ਸਵੇਰੇ ਆਉਂਦੇ ਆ ਤੇ ਆਣ ਕੇ ਜਿੱਦਾਂ ਦਾ ਵੀ ਕੜਾਏ ਹੁੰਦੇ ਉਹਨਾਂ ਦੇ ਵਿੱਚ ਆਣ ਕੇ ਰਸ ਪਾ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ। ਅਸੀਂ ਸਵੇਰੇ ਘੰਟਾ 1.5 ਘੰਟਾ ਪਹਿਲਾਂ ਜਿਹੜੇ ਕੜਾਇਆਂ ਦੀ ਸਫਾਈ ਹੁੰਦੀ ਆ, ਫਿਰ ਚਾਰਦੀਵਾਰੀ ਵੜੀ ਆ, ਕੋਈ ਇੱਥੇ ਕੋਈ ਜਾਂ ਬਾਹਰੋਂ ਕੋਈ ਕੁੱਤਾ ਬਿੱਲਾ ਕੋਈ ਕੁਛ ਨਹੀਂ ਆ ਸਕਦਾ। ਮੋਸਟਲੀ ਜਿਹੜਾ ਵੇਲਣਿਆਂ ਦੀ ਚਾਰਦੀਵਾਰੀ ਨਹੀਂ ਹੈਗੀ, ਉੱਥੇ ਰਾਤ ਨੂੰ ਬੜਾ ਬੁਰਾ ਹਾਲ ਹੁੰਦਾ, ਉਹਨਾਂ ਦੇ ਪ੍ਰੋਡਕਟ ਵੀ ਖਰਾਬ ਆ ਉੱਥੇ, ਮਤਲਬ ਬਹੁਤ ਹੀ, ਮਤਲਬ ਕਹਿ ਲਓ ਕਿ ਮੈਂ ਬੋਲ ਨਹੀਂ ਸਕਦਾ। ਅਸੀਂ ਦੇਖਦੇ ਵੀ ਜੀ ਜ਼ਿਆਦਾਤਰ ਜਿਹੜੇ ਲੋਕ ਨੇ ਗੁੜ ਤਿਆਰ ਕਰਨ ਵਾਸਤੇ ਜਿਹੜੀ ਮੈਲ ਤਿਆਰ ਕਰਦੇ ਨੇ, ਉਸ ਨੂੰ ਜਿਹੜਾ ਵਾ ਕਈ ਗਲਤ ਪ੍ਰੋਡਕਟ ਜਿਹੜਾ ਪਾ ਕੇ ਮੈਲ ਤਿਆਰ ਕਰਦੇ ਨੇ। ਤੁਸੀਂ ਜਿਹੜੀ ਕੀ ਵਰਤਦੇ ਜਿਹਨਾਂ ਮੈਲ ਜਿਹੜੀ ਤਿਆਰ ਹੁੰਦੀ ਹੈ? ਹਾਂਜੀ, ਲੋਕੀ ਮਤਲਬ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ, ਵੈਸੇ ਜਿਹੜੀ ਰਸ ਤੋਂ ਜਿਹੜੀ ਮੈਲ ਉਤਾਰਦੇ ਆ ਨਾ ਜੀ ਗੁੜ ਬਣਾਉਣ ਵਾਸਤੇ, ਉਹਦੇ 'ਚ ਅਸੀਂ 2 ਚੀਜ਼ਾਂ ਦੀ ਯੂਜ਼ ਕਰਦੇ ਆ। ਇੱਕ ਹੁੰਦਾ ਔਰਗੈਨਿਕ ਮੈਥਡ। ਔਰਗੈਨਿਕ ਮੈਥਡ ਦੇ ਵਿੱਚ ਇੱਕ ਭਿੰਡੀ ਆਉਂਦੀ ਆ ਜਿਹਨੂੰ ਚਲਾਈ ਬੋਲਦੇ ਆ, ਜੰਗਲੀ ਭਿੰਡੀ ਹੁੰਦੀ ਆ, ਉਹ ਕੋਈ 5000 ਰੁਪਏ ਨੂੰ ਕੁਇੰਟਲ ਹੈ। ਉਹ ਭਿੰਡੀ ਦਾ ਜਿਹੜਾ ਬੂਟੇ ਹੈਗੇ ਆ ਉਹਨਾਂ ਨੂੰ ਕੁੱਟ ਕੇ ਉਹਨਾਂ ਦੀ ਜਿਹੜੀ ਜੈੱਲ ਬਣਾਈ ਜਾਂਦੀ ਆ, ਉਹ ਜੈੱਲ ਯੂਜ਼ ਕੀਤੀ ਜਾਂਦੀ ਆ ਤਾਂ ਕਿ ਜਿਹੜੀ ਗੰਨੇ ਦੀ ਜਿਹੜੀ ਮੈਲ ਆ ਉਹ ਉਤਾਰੀ ਜਾ ਸਕੇ, ਜਿਹੜੀ ਰਸ ਦੇ ਵਿੱਚ ਮੈਲ ਆ ਉਹ ਉਤਾਰੀ ਜਾ ਸਕੇ। ਗੰਨੇ ਨੂੰ ਰਿਫਾਈਨ ਕਰਨ ਲਈ, ਗੁੜ ਨੂੰ ਰਿਫਾਈਨ ਕਰਨ ਲਈ ਜਿਹੜੀ ਆ ਉਹ ਅਸੀਂ ਭਿੰਡੀ ਦੀ ਜਿਹੜੀ ਪਾਣੀ, ਉਹ ਔਰਗੈਨਿਕ ਮੈਥਡ ਜਿਹੜਾ ਉਹ ਯੂਜ਼ ਕਰਦੇ ਆ। ਤੇ ਸੋਡਾ ਵੀ ਯੂਜ਼ ਕਰਦੇ ਆ ਬਹੁਤ ਲਿਮਟਡ ਅਮਾਊਂਟ ਦੇ ਵਿੱਚ, ਤੇ ਸੋਡਾ ਵੀ ਯੂਜ਼ ਹੁੰਦਾ। ਸੋ ਦੋਨਾਂ ਚੀਜ਼ਾਂ ਦੇ ਨਾਲ ਅਸੀਂ ਜਿਹੜਾ ਕੋਸ਼ਿਸ਼ ਕਰਦੇ ਆ ਗੰਨੇ ਨੂੰ ਗੁੜ ਨੂੰ ਰਿਫਾਈਨ ਕਰਨ ਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਸੀ ਗੱਲਬਾਤ ਕੀਤੀ ਉਸ ਨੌਜਵਾਨ ਦੇ ਨਾਲ ਜਿਹੜਾ ਕਿ ਐਮਟੈਕ ਇੰਜੀਨੀਅਰ ਦੀ ਨੌਕਰੀ ਛੱਡ ਕੇ ਅੱਜ ਲੱਖਾਂ ਰੁਪਏ ਕਮਾ ਰਿਹਾ ਵਾ, ਅਤੇ ਜਿਹੜਾ ਆਪਣੇ ਵੇਲਣੇ ਵਾਲਾ ਜਿਹੜਾ ਗੁੜ ਲਗਾਇਆ ਗਿਆ। ਤੁਸੀਂ ਦੇਖਿਆ ਵੀ ਗੁੜ ਵੀ ਜਿਹੜਾ ਸ਼ੁੱਧ ਜਿਹੜਾ ਗੁੜ ਇੱਥੇ ਵਰਤਿਆ ਜਾਂਦਾ ਵਾ, ਅਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੁੜ ਆ, ਕਿਉਂਕਿ ਗੁੜ ਸਾਡੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਆ। ਤਾਂ ਹੁਣ ਗੱਲਬਾਤ ਕਰਾਂਗੇ ਹੋਰ ਵੀਰ ਦੇ ਨਾਲ। ਹਾਂਜੀ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਰਸਟਿੰਗ ਮੀਡੀਆ ਵਿੱਚ। ਧੰਨਵਾਦ ਜੀ। ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਹਾਂ ਵੀ ਤੁਸੀਂ ਤਿੰਨੇ ਦੋਸਤ ਜੇ ਕਾਰੋਬਾਰ ਸ਼ੁਰੂ ਕੀਤਾ ਵਾ ਗੁੜ ਦਾ ਕਰਦੇ ਹੋ ਵੇਲਣੇ ਦਾ, ਕਿੰਨੇ ਕੁ ਲਾਹੇਵੰਦ ਆ, ਕਿੰਨੇ ਕੁ ਲੋਕ ਜਿਹੜੇ ਤੁਹਾਨੂੰ ਸ਼ਾਹਿਦ ਮਿਲਦੇ ਆ, ਕਿੰਨੀ ਕੁ ਜਿਹੜੀ ਸਫਲਤਾ ਪ੍ਰਾਪਤ ਹੋ ਰਹੀ ਆ?
ਹਾਂਜੀ, ਪਹਿਲਾਂ ਤੇ ਲਾਉਣ ਤੋਂ ਪਹਿਲਾਂ ਦੇ ਘਰਦਿਆਂ ਵੱਲੋਂ ਵੀ ਸਪੋਰਟ ਨਹੀਂ ਸੀ। ਉਹ ਕਹਿੰਦੇ ਇਹ ਕੰਮ ਕਿਹੜੇ ਚ ਪੈਣ ਲੱਗੇ ਆ, ਇਹਦੇ ਵਿੱਚ ਤੇ ਇੰਨਾ ਜ਼ਿਆਦਾ ਮਿਠਾਸ ਰਹਿੰਦੀ, ਹੱਥਾਂ ਪੈਰਾਂ ਨੂੰ ਸਿਰ ਨੂੰ ਲੱਗਦੀ ਆ, ਤੇ ਉਹ ਜਿੱਦਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਜੂਆਂ ਪੈ ਜਾਂਦੀਆਂ ਵਾ, ਤੁਸੀਂ ਕਿਹੜਾ ਕੰਮ ਸ਼ੁਰੂ ਕਰ ਲਿਆ। ਪਰ ਹੁਣ ਜਦੋਂ ਸਾਡੀ ਮਿਹਨਤ ਨੂੰ ਵੇਖਦੇ ਆ, ਸਾਡੇ ਕੰਮ ਨੂੰ ਵੇਖਦੇ, ਇੱਥੇ ਗ੍ਰਾਹਕ ਆਉਂਦੇ ਆ ਲੋਕ ਬੜੀ ਦੂਰੋਂ ਦੂਰੋਂ, ਸ਼ਾਹਕੋਟ ਤੋਂ, ਜਲੰਧਰ ਤੋਂ, ਚੰਡੀਗੜ੍ਹ ਤੋਂ ਸਾਡੇ ਕੋਲ, ਤੇ ਫਿਰ ਬੜੇ ਖੁਸ਼ ਹੁੰਦੇ ਆ। ਤੇ ਇਹਦੇ ਵਿੱਚ ਲਾਹੇਵੰਦ ਧੰਦਾ ਫਿਰ ਆ ਜੇ ਅਸੀਂ ਹੱਥੀਂ ਮਿਹਨਤ ਕਰਾਂਗੇ। ਹੁਣ ਤੁਹਾਡੇ ਸਾਹਮਣੇ ਬੈਠ ਕੇ ਆਪ ਹੀ ਸਾਰਾ ਕੰਮ ਕਰਦੇ ਆ, ਇੱਕ ਦੋ ਬੰਦੇ ਨਾਲ ਲੇਬਰ ਵਾਲੇ ਆ, ਤੇ ਤਿੰਨੇ ਜਣੇ ਅਸੀਂ ਆਪ ਹੱਥੀਂ ਕੰਮ ਕਰਦੇ ਆ, ਅੱਗ ਵੀ ਡਾਉਂਦੇ ਆ, ਗੰਨੇ ਵੀ ਲਾਉਂਦੇ ਆ, ਅਤੇ ਬਾਹਰੋਂ ਚੂਰਾ ਵੀ ਖਿਲਾਰਦੇ ਆ, ਪੇਸੀਆਂ ਵੀ ਪਾਉਂਦੇ ਆ, ਸਾਰੇ ਕੰਮ ਕਰਦੇ। ਜੇ ਆਪਾਂ ਆਪ ਕੰਮ ਕਰੀਏ, ਹੱਥੀਂ ਕੰਮ ਕਰੀਏ, ਤੇ ਫਿਰ ਬਹੁਤ ਲਾਹੇਵੰਦ ਆ। ਫਿਰ ਸਾਨੂੰ ਇੱਕ ਵਿਦੇਸ਼ ਗਿਆ ਜਿਹੜਾ ਕੋਈ ਲੜਕਾ ਉਧਰ ਕੋਈ ਡਰਾਈਵਰੀ ਕਰਦਾ, ਉਹਦੇ 'ਚ ਨਹੀਂ ਸਾਨੂੰ ਇੱਥੇ ਬਚਤ ਹੁੰਦੀ ਆ। ਬਿਲਕੁਲ ਜੀ। ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਇਹਦੀ ਗੁੜ ਤਿਆਰ ਕਰਦੇ ਹੋ, ਇਹ ਕਿੰਨੇ ਪ੍ਰਕਾਰ ਦਾ ਜਿਹੜਾ ਗੁੜ ਆ, ਤੇ ਕਿਹੜੀ ਕਿਹੜੀ ਪ੍ਰਕਿਰਿਆ ਹੁੰਦੀ ਗੁੜ ਤਿਆਰ ਕਰਨ ਦੀ? ਇਹ ਆਪਾਂ 5-6 ਪ੍ਰਕਾਰ ਦਾ ਗੁੜ ਤਿਆਰ ਕਰਦੇ ਆ। ਇੱਕ ਛੋਟੇ ਕਿਊਬ ਤਿਆਰ ਕਰਦੇ ਆ ਜਿਹਨੂੰ ਆਪਾਂ ਟੌਫੀ ਗੁੜ ਕਹਿ ਦਈਦਾ ਵਾ। ਇੱਕ ਸਾਦਾ ਗੁੜ ਤਿਆਰ ਕਰੀਦਾ ਵਾ ਚਾਹ ਵਾਸਤੇ। ਇੱਕ ਮਸਾਲਾ ਗੁੜ ਆ ਜਿਹਦੇ ਵਿੱਚ ਸੌਂਫ, ਜਵੈਣ, ਤੇਲ, ਦੇਸੀ ਘੀ ਅਤੇ ਸੁੰਡ ਵਗੈਰਾ ਪੈਂਦੀ ਆ, ਜਿਹੜਾ ਰੋਟੀ ਦੇ ਖਾਣ ਤੋਂ ਬਾਅਦ ਵਾ। ਇੱਕ ਸ਼ੱਕਰ ਤਿਆਰ ਕਰੀਦੀ ਆ। ਇੱਕ ਡਰਾਈ ਫਰੂਟ ਤਿਆਰ ਕਰੀਦਾ ਵਾ। ਡਰਾਈ ਫਰੂਟ ਜਿੱਦਾਂ ਕਿ ਸਾਡੇ ਕੋਲ ਇੱਕ ਆਰਡਰ ਹੁਣ ਜਲੰਧਰ ਤੋਂ ਆਇਆ ਵਾ, ਉਹ ਕੈਨੇਡਾ ਤੋਂ ਆਇਆ ਵਾ ਵੀਰ, ਤੇ ਉਹ ਕਹਿੰਦਾ ਵੀ ਇੱਥੇ ਮਠਿਆਈਆਂ ਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਵਾ, ਇੱਕ 350 ਰੁਪਈਆ ਵੀ ਦੇਈਦਾ ਵਾ, ਤੇ ਫਿਰ ਵੀ ਸ਼ੁੱਧਤਾ ਨਹੀਂ ਮਿਲਦੀ। ਤੇ ਮੈਂ ਗੁੜ ਤਿਆਰ ਕਰਨਾ ਵਾ, ਛੋਟੇ ਉਹਨੂੰ ਪੀਸ ਬਣਾ ਕੇ ਬਰਫੀ ਦੇ, ਤੇ ਬਰਫੀ ਟਾਈਪ ਦੇ ਪੀਸ ਬਣਾ ਕੇ ਦੇਣੇ ਆ ਡਰਾਈ ਫਰੂਟ ਪਾ ਕੇ। ਉਹ ਜਿਹੜਾ ਕਿ ਡੱਬਾ ਸਿਰਫ 100 ਰੁਪਈਏ ਦਾ ਪੈਣਾ ਵਾ, ਤੇ ਉਹਨੇ 3 ਕੁਆਂਟਲ ਸਾਨੂੰ ਕਿਹਾ ਵਾ, ਤੇ ਉਹ ਜਿਹੜਾ ਕਿ ਉਹਨੇ ਆਪਣੇ ਵਿਆਹ ਵਾਲੇ ਕਾਰਡ ਦੇ ਨਾਲ ਵੰਡਣੇ ਆ। ਤੇ ਹੋਰ ਵੀ ਆਪ ਦੇ ਚੈਨਲ ਦੇ ਥਰੂ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਇਹੋ ਜਿਹੀਆਂ ਚੀਜ਼ਾਂ ਦਿਓ, ਨਾਲੇ ਤੇ ਉਹ ਖਾਣ ਲਈ ਵਧੀਆ, ਨਾਲੇ ਸਿਹਤ ਲਈ ਵਧੀਆ, ਨਾਲੇ ਤੁਹਾਡੇ ਪੈਸੇ ਦੀ ਬਚਤ। ਬਿਲਕੁਲ ਜੀ। ਤੇ ਮੈਨੂੰ ਇਹ ਦੱਸੋ ਵੀ ਅਸੀਂ ਦੇਖਦੇ ਵੀ ਗੁੜ ਖਾਣ ਦੇ ਨਾਲ ਕਾਫੀ ਬਿਮਾਰੀਆਂ ਵੀ ਦੂਰ ਹੁੰਦੀਆਂ ਵਾ। ਅਸੀਂ ਦੇਖਦੇ ਡਾਕਟਰ ਵੀ ਬੜਾ ਕਹਿੰਦੇ ਨੇ ਵੀ ਜਿਹੜਾ ਗੁੜ ਖਾਣਾ ਚਾਹੀਦਾ, ਗੁੜ ਸਾਡੀ ਸਿਹਤ ਵਾਸਤੇ ਚੰਗਾ ਵਾ, ਅਤੇ ਗੁੜ ਵਾਲੀ ਚਾਹ ਪੀਣੀ ਚਾਹੀਦੀ ਆ। ਕਿੰਨੀ ਕੁ ਲਾਹੇਵੰਦ ਹੁੰਦੀ ਆ? ਬਿਲਕੁਲ ਜੀ, ਖੰਡ ਦੀ ਚਾਹ ਆਪਾਂ ਪੀਵਾਂਗੇ, ਤੇ ਇੱਕ ਖੰਡ ਦੀ ਚਾਹ ਨੂੰ ਪੀਣ ਲਈ ਡਾਕਟਰ ਦੱਸਦੇ ਆ ਕਿ 8 ਘੰਟੇ ਸਾਨੂੰ ਪਚਾਉਂਦਿਆਂ ਲੱਗ ਜਾਂਦੇ ਆ, ਤੇ ਆਪਾਂ 8 ਘੰਟਿਆਂ ਦੇ ਵਿੱਚ ਪੀ ਜਾਂਦੇ ਕਿਤੇ ਵੀ ਨਹੀਂ ਆ। ਤੇ ਬੈਠੇ ਇੱਕ ਵਾਰੀ ਸਵੇਰੇ ਚਾਹ ਪੀਤੀ, ਅੱਧੇ ਘੰਟੇ ਪੌਣੇ ਦਾ ਬਾਅਦ ਫਿਰ ਚਾਹ ਪੀ ਲਈਦੀ ਆ। ਸੋ ਗੁੜ ਦੀ ਚਾਹ ਆਪਾਂ ਜੇ ਪੀਵਾਂਗੇ ਤੇ ਉਹ ਸਾਨੂੰ ਬਹੁਤ ਜਲਦੀ ਜਿਹੜੀ ਸਾਡੇ ਸਰੀਰ ਨੂੰ ਹਜਮ ਕਰ ਦਿੰਦਾ, ਸਾਡਾ ਸਰੀਰ ਨੂੰ ਪਚਾ ਲੈਂਦਾ, ਸਾਡੇ ਸਰੀਰ ਨੂੰ ਕੋਈ ਐਨਰਜੀ ਵਾਧੂ ਨਹੀਂ ਲਾਉਣੀ ਪੈਂਦੀ ਉਹਨੂੰ ਪਚਾਉਣ ਦੇ ਵਿੱਚ। ਇਸੇ ਤਰ੍ਹਾਂ ਹੀ ਜੇ ਕਿਸੇ ਨੂੰ ਸਾਹ ਦੀ ਪ੍ਰੋਬਲਮ ਆ, ਕਿਸੇ ਦੇ ਬਲਗਮ ਜ਼ਿਆਦਾ ਜੰਮਦੀ ਆ, ਜਾਂ ਕਿਸੇ ਨੂੰ ਕਬਜ਼ ਜ਼ਿਆਦਾ ਰਹਿੰਦੀ ਆ, ਤੇ ਉਹ ਗੁੜ ਖਾਊਗਾ ਤੇ ਉਹਨੂੰ ਕਦੀ ਵੀ ਬਿਮਾਰ ਨਹੀਂ ਹੋਊਗਾ। ਜਿੱਦਾਂ ਕਿ ਸਾਡੇ ਇੱਥੇ ਇੱਥੋਂ ਦੇ ਬਜ਼ੁਰਗ ਹੀ ਆ, ਪਿੰਡ ਧਾਰੜਾਂ ਦੇ ਨਿਹੰਗ ਸਿੰਘ ਆ, ਉਹਨਾਂ ਦੀ ਉਮਰ 90 ਸਾਲ ਤੋਂ ਉੱਪਰ ਆ, ਤੇ ਉਹ ਗੁੜ ਹੀ ਛਕਦੇ ਆ, ਤੇ ਹਾਲੇ ਤੱਕ ਕਦੀ ਉਹਨਾਂ ਨੂੰ ਕਬਜ਼ ਨਹੀਂ ਹੋਈ। ਕਬਜ਼ ਨਾ ਹੋਣ ਕਰਕੇ ਉਹਨਾਂ ਦਾ ਸਰੀਰ ਬਿਲਕੁਲ ਫਿੱਟ ਰਹਿੰਦਾ ਵਾ, ਕੋਈ ਗੈਸ ਨਹੀਂ ਬਣਦੀ, ਤੇ 90 ਸਾਲ ਦੀ ਉਮਰ ਦੇ ਵਿੱਚ ਵੀ ਸਾਈਕਲ ਚਲਾਉਂਦੇ ਆ, ਜੰਡਿਆਲੇ ਤੱਕ ਆਪਣਾ ਕੰਮ ਕਰਦੇ, ਲੱਕੜ ਦਾ ਕਰਕੇ ਆਉਂਦੇ ਆ ਵਾਪਸ। ਰੋਜ਼ ਸਾਡੇ ਕੋਲ ਗੁੜ ਲੈ ਕੇ ਉਹਨਾਂ ਪੱਕੇ ਜਾਣਾ ਵਾ। ਉਹ ਦੱਸਦੇ ਆਂਦੇ ਮੈਂ 90 ਸਾਲ ਦੀ ਉਮਰ ਵਿੱਚ ਕਦੀ ਖੰਡ ਖਾਧੀ ਨਹੀਂ ਆ, ਤੇ ਖੰਡ ਨਾ ਖਾਣ ਕਰਕੇ ਆਂਦੇ ਮੈਨੂੰ ਕਦੀ ਕਬਜ਼ ਨਹੀਂ ਹੋਈ। ਜੋ ਕਬਜ਼ ਨਹੀਂ ਹੋਈ ਤੇ ਕੋਈ ਬਿਮਾਰੀ ਨਹੀਂ ਹੋਣੀ। ਹੋਰ ਵੀ ਕਾਫੀ ਜਿਹੜੀਆਂ ਵਾ, ਖੂਨ ਸਾਡੇ ਦਾ ਜਿਹੜਾ ਸਰਕਲ ਵਧੀਆ ਚਲਾਉਂਦਾ ਵਾ ਗੁੜ। ਗੁੜ ਦੇ ਵਿੱਚ ਪੁਰਾਣੇ ਬਜ਼ੁਰਗਾਂ ਨੂੰ ਜਿੱਦਾਂ ਪਤਾ ਵਾ ਕਿ ਬਹੁਤ ਜ਼ਿਆਦਾ ਤੱਤ ਵਾ ਜਿਹੜੇ ਸਾਡੇ ਸਰੀਰ ਨੂੰ ਵਧੀਆ ਕਰ ਰੱਖਦੇ ਆ। ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ, ਉਹ ਸ਼ੱਕਰ ਦੇ ਵਿੱਚ ਜਿਹੜਾ ਗੁੜ ਪਾ ਕੇ ਖਾਂਦੇ ਸੀ, ਬਹੁਤ ਚੰਗੀ ਹੁੰਦੀ ਸੀ, ਸਿਹਤ ਬੜੀ ਵਧੀਆ ਰਹਿੰਦੀ ਸੀ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਗੁੜ ਦੇ ਵਿੱਚ, ਸ਼ੱਕਰ ਦੇ ਵਿੱਚ ਜਿਹੜਾ ਘਿਓ ਪਾ ਕੇ ਖਾਣ ਦੇ ਨਾਲ ਜਿਹੜਾ ਟੇਸਟ ਮਿਲਦਾ ਉਹ ਤੇ ਹੈ ਹੀ ਆ, ਤੇ ਬਾਕੀ ਸਰੀਰ ਲਈ ਬਹੁਤ ਲਾਹੇਵੰਦ ਆ। ਬਹੁਤ ਬੰਦਾ ਤਕੜਾ ਹੋ ਜਾਂਦਾ ਵਾ ਸਰੀਰ ਦਾ। ਪਿੱਛੇ ਜਿਸ ਤਰ੍ਹਾਂ ਆਪਾਂ ਹੁਣ ਕੋਈ ਕੰਮ ਦੀ ਸ਼ੁਰੂਆਤ ਕਰਦੇ ਆ, ਆਪਾਂ ਮਠਿਆਈ ਖਾਂਦੇ ਆ ਜਾਂ ਕੋਈ ਵੰਡਦੇ ਆ, ਪਰ ਇਹ ਕਹਾਵਤ ਜਿਹੜੀ ਇਦਾਂ ਨਹੀਂ ਸੀ ਚੱਲੀ। ਪੁਰਾਣੇ ਜਦੋਂ ਇਤਿਹਾਸ ਨੂੰ ਪੜ੍ਹੋ ਜਾਂ ਬਜ਼ੁਰਗਾਂ ਕੋਲ ਸੁਣੋ, ਪਿਛਲੇ ਸਮੇਂ ਜਦੋਂ ਕੋਈ ਕੰਮ ਕਰਨਾ ਤੇ ਗੁੜ ਦੀ ਢੇਲੀ ਖਾ ਲੈਣੀ। ਜਿੱਦਾਂ ਹੁਣ ਲੋਕੀ ਕੀ ਨਸ਼ਾ ਕਰਕੇ ਜਾਂ ਕੋਈ ਗੋਲੀ ਖਾਂਦਾ, ਕੋਈ ਕੈਪਸੂਲ ਖਾਂਦਾ, ਤੇ ਫੇਰ ਕੰਮ ਨੂੰ ਡਹਿੰਦਾ, ਕੋਈ ਤੰਬਾਕੂ ਲਾਉਂਦਾ, ਕੋਈ ਕੁਝ ਕਰਦਾ ਵਾ ਵੀ ਮੇਰੇ 'ਚ ਐਨਰਜੀ ਜੀ ਆਵੇ, ਪਰ ਉਹ ਸਿਹਤ ਲਈ ਹਾਨੀਕਾਰਕ ਆ। ਅਗਰ ਤੁਸੀਂ ਗੁੜ ਦੀ ਢੇਲੀ ਖਾ ਕੇ ਕੰਮ ਨੂੰ ਡਹਿਨੇ ਜੋ, ਤੇ ਗੁੜ ਦੇ ਵਿੱਚ ਇੰਨੀ ਤਾਕਤ ਆ, ਤੁਹਾਡੇ ਜਿਹੜਾ ਖੂਨ ਆ ਉਹਨੂੰ ਜ਼ਿਆਦਾ ਤੋਰਦੀ ਆ, ਤੇ ਆਪਣੇ ਆਪ ਹੀ ਤੁਹਾਡਾ ਕੰਮ ਕਰਨ ਨੂੰ ਜੀ ਕਰਦਾ ਵਾ। ਤੇ ਇਸ ਕਰਕੇ ਜਿਹੜੀ ਸ਼ੱਕਰ ਵਾ, ਗੁੜ ਵਾ, ਇਹ ਸਾਰੀਆਂ ਕੁਦਰਤ ਵੱਲੋਂ ਇੱਕ ਸਾਨੂੰ ਮਿਲੀਆਂ ਹੋਈਆਂ ਚੀਜ਼ਾਂ ਵਾ। ਇਹਨਾਂ ਨੂੰ ਵਰਤ ਕੇ ਬੰਦਾ ਹਮੇਸ਼ਾ ਹੀ ਜਿਹੜਾ ਵਾ ਕਿ ਉਹ ਤੰਦਰੁਸਤ ਰਹੂਗਾ, ਤੇ ਕੰਮ ਨੂੰ ਵੀ ਉਹਦਾ ਜ਼ਿਆਦਾ ਮਨ ਕਰੇਗਾ। ਬਿਲਕੁਲ। ਲਾਸਟ ਸਵਾਲ ਮੇਰਾ ਜੀ, ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕ ਨੂੰ ਦੇਖ ਰਹੇ ਨੇ ਦੇਸ਼ਾਂ 'ਚ, ਕਿਉਂਕਿ ਹਰ ਕੋਈ ਜਿਹੜਾ ਬਿਮਾਰੀਆਂ ਤੋਂ ਗ੍ਰਸਤ ਆ, ਹਰ ਕੋਈ ਜਿਹੜੇ ਬਿਮਾਰੀਆਂ ਤੋਂ ਪੀੜਤ ਆ, ਲੋਕ ਲੱਖਾਂ ਰੁਪਏ ਆਪਣੀ ਸਿਹਤ ਵਾਸਤੇ ਲਗਾ ਦਿੰਦੇ ਨੇ, ਡਾਕਟਰੀ ਦਵਾਈਆਂ ਖਾਂਦੇ ਨੇ, ਪਰ ਫਿਰ ਵੀ ਠੀਕ ਨਹੀਂ ਹੁੰਦੇ। ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਨੂੰ? ਹਾਂਜੀ, ਮੇਰੀ ਸਾਰਿਆਂ ਨੂੰ ਇਹੋ ਰਿਕੁਐਸਟ ਆ ਵੀ ਗੁੜ, ਖੰਡ ਨੂੰ ਜਿੰਨਾ ਵੀ ਹੋ ਚਵੇ ਉਹਨੂੰ ਛੱਡ ਕੇ, ਤੇ ਗੁੜ ਦੀ ਜਿਹੜੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ।
ਅਗਰ ਗੁੜ ਤੁਹਾਨੂੰ ਮਿਲਦਾ ਪਿਓਰ ਵਾ ਤੇ ਫਿਰ ਫਾਇਦਾ ਵਾ। ਅਗਰ ਜੇ ਪਿਓਰ ਨਹੀਂ ਮਿਲਦਾ 90% ਤੋਂ ਜ਼ਿਆਦਾ ਜਿਹੜੇ ਲੋਕ ਆ ਨਕਲੀ ਗੁੜ ਵੇਚਣ ਡੇ ਆ। ਤੇ ਤੁਸੀਂ ਜਿੱਥੋਂ ਵੀ ਲੈਣਾ ਕਿਸੇ ਕੁਲਾੜੀ ਤੋਂ ਕੋਲ ਬੈਠ ਕੇ ਉਹਨੂੰ ਪੁੱਛੋ ਵੀ ਕਿਹੜੇ ਗੰਨੇ ਦਾ ਗੁੜ ਬਣਾ ਰਿਹਾ। ਅਗਰ ਉਹ 099 ਅਗਰ ਮੈਂ ਦੱਸ ਰਿਹਾ ਮੈਂ ਚੈਨਲ ਤੇ 099 85 88 ਇਹਨਾਂ ਗੰਨਿਆਂ ਦਾ ਗੁੜ ਬਣਾ ਕੇ ਦਿੰਦਾ ਤੇ ਉਹ ਜ਼ਰੂਰ ਵਰਤੋ। ਉਹਨਾਂ ਗੰਨਿਆਂ ਦਾ ਜਿਹੜੇ ਗੁੜ ਦੀ ਉਹ ਮਿਠਾਸ ਵਧੀਆ ਵਾ, ਉਹਨੂੰ ਖਾਣ 'ਚ ਬਹੁਤ ਸਵਾਦ ਆ, ਸਾਡੇ ਸਰੀਰ ਲਈ ਵੀ ਲਾਹੇਵੰਦ ਆ। ਤੇ ਕੋਲ ਬੈਠ ਕੇ ਬਣਾਓ ਅਤੇ ਗੁੜ ਖਾਓ ਤੇ ਤੰਦਰੁਸਤ ਰਹੋ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਉਹ ਨੌਜਵਾਨਾਂ ਨੇ ਜਿਨ੍ਹਾਂ ਨੇ ਇੱਥੇ ਅੱਜ ਲੱਖਾਂ ਰੁਪਏ ਲਗਾ ਕੇ ਜਿਹੜਾ ਇੱਕ ਬਿਜ਼ਨਸ ਸ਼ੁਰੂ ਕੀਤਾ ਵਾ, ਜਿਹੜਾ ਕਿ ਗੁੜ ਦਾ ਤਿਆਰ ਕਰਨ ਦਾ ਜਿਹੜਾ ਕਿ ਵੀਰਾਂ ਲਗਾਇਆ ਗਿਆ ਵਾ ਲੱਖਾਂ ਰੁਪਏ ਲਗਾ ਕੇ। ਅੱਜ ਇੱਥੇ ਹੀ ਜਿਹੜੀ ਇਹਨਾਂ ਦੀ ਕੈਨੇਡਾ ਬਣੀ ਪਈ ਹੈ, ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ 20-20 ਲੱਖ ਰੁਪਏ ਲਾ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ। ਅਤੇ ਉਹਨਾਂ ਕਿਹਾ ਵੀ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ, ਕਿਉਂਕਿ ਮਿਹਨਤ ਕਰਾਂਗੇ ਉੱਥੇ ਸਾਡੀ ਜਿਹੜੀ ਆ ਸਾਡੇ ਵਾਸਤੇ ਕੈਨੇਡਾ ਵਾ। ਇਸ ਵੀਰ ਵੀ ਜਿਹੜੇ ਨੇ ਗੁੜ ਤਿਆਰ ਕਰ ਰਹੇ ਨੇ। ਗੁੜ ਸਾਡੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਆ। ਤੁਸੀਂ ਦੇਖਿਆ ਵੀ ਡਾਕਟਰ ਵੀ ਜਿਹੜੇ ਆ ਸਾਨੂੰ ਗੁੜ ਖਾਣ ਦੀ ਸਲਾਹ ਦਿੰਦੇ ਨੇ। ਅਤੇ ਖਾਸ ਕਰਕੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਉਹ ਸ਼ੱਕਰ ਦੇ ਨਾਲ ਜਿਹੜਾ ਦੇਸੀ ਘਿਓ ਪਾ ਕੇ ਜਿਹੜੇ ਖਾਂਦੇ ਹੁੰਦੇ ਸੀ ਅਤੇ ਸਿਹਤਾਂ ਬਹੁਤ ਵਧੀਆ ਸੀ ਅਤੇ ਉਮਰਾਂ ਬਹੁਤ ਲੰਬੀਆਂ ਹੁੰਦੀਆਂ ਸੀ। ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਗੁੜ ਦੀ ਵਰਤੋਂ ਕਰਨੀ ਚਾਹੀਦੀ ਆ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਲਸਟਿੰਗ ਮੀਡੀਆ, ਅੰਮ੍ਰਿਤਸਰ।